सत श्री अकाल जी। तुसीं प्राइम एशिया टैलीविजन देख रहे हो। मैं हाँ स्वर्ण सिंह टैणा। तो दोस्तों, हर रोज़ की तरह ही प्रोग्राम खबर की खबर लैके हाज़र हाँ। पहली वड्डी खबर के वाले जाण तो पहलां पंजाब के मौसम की हाल बयानी करनी बनती है। पंजाब दे विच अज लोहड़ां दी गर्मी सी ते अज रत्ती भर भी आस नहीं सी इस गल दी कि मींह कणी जां कोई बदलवाई होऊ ते बिल्कुल ये इवें गल साबित हुई है। मौसम विभाग की भविष्यवाणी के मुताबिक आउंदे 24 घंटिਆਂ ਦੇ ਵਿੱਚ भी पंजाब के मौसम ਦੇ ਵਿੱਚ गर्मी रहनी है ਤੇ खुश्क मौसम रहना। सो कोई तब्दीली की संभावना प्रगट नहीं की गई। गर्मी सिखर के उत्ते भलक नूं भी रहनी है। तो जेकर अज की एक होर बड़ी महत्वपूर्ण बड़ी वड्डी चिंताजनक खबर साझी करनी होवे तां ओह है कि देश के उप राष्ट्रपति वेंकैया नायडू कोरोना पॉजिटिव निकले आ। उन्होंने जो रिपोर्ट आई है कोरोना की तो उन्होंने घर दे विच ही खुद नूं एकांतवास दे विच कर लिया। तो वेंकैया नायडू की धर्म पत्नी है जिहड़ी उन्हां दी रिपोर्ट नैगेटिव आई है, पर वेंकैया होरां दी रिपोर्ट पॉजिटिव आ चुकी है। तो जेकर गल असीं पंजाब की करते हैं, अपने सूबे की करिए तो अज दे विच यानी कि पिछले 24 घंटे दे विच 1100 नवे कोरोना पेशेंट सामने आए है। तो 76 लोगों की पंजाब दे विच पिछले 24 घंटे दे विच कोरोना के करके मौत हो गई है। यानी कि पंजाब दे विच 46 47 ਜਾਂ 60 ਜਾਂ 65 ਜਾਂ 76 ਜਾਂ 70 ਜਾਂ 80 ਇਹ ਹਰ ਰੋਜ਼ ਨਵੀਆਂ ਮੌਤਾਂ ਦੀ ਗਿਣਤੀ ਸਾਹਮਣੇ ਆਉਂਦੀ ਹੈ, ਜਿਹੜੀ ਕਿ ਇੱਕ ਚਿੰਤਾਜਨਕ ਗੱਲ ਹੈ। ਸੋ ਪੰਜਾਬ ਦੇ ਲੋਕਾਂ ਨੂੰ ਇਹਤਿਆਤ ਵਰਤਣੀ ਪੈਣੀ ਹੈ। ਤੇ ਮੇਰਾ ਨਿੱਜੀ ਤੌਰ ਦੇ ਉੱਤੇ ਖਿਆਲ ਹੈ ਕਿ ਜਿਸ ਤਰੀਕੇ ਦੇ ਨਾਲ ਇਸ ਵਕਤ ਧਰਨਿਆਂ ਪ੍ਰਦਰਸ਼ਨਾਂ ਦਾ ਸਿਲਸਿਲਾ ਚੱਲ ਰਿਹਾ, ਉਸ ਤੋਂ ਬਾਅਦ ਹੋ ਸਕਦਾ ਕਰੋਨਾ ਦੀ ਮਾਰ ਵਧੇ, ਕਿਉਂਕਿ ਜੇਕਰ ਹੁਣ ਤੱਕ ਸਿਹਤ ਵਿਭਾਗ ਇਹ ਗੱਲ ਕਹਿੰਦਾ ਰਿਹਾ ਕਿ 2 ਮੀਟਰ ਦੀ ਦੂਰੀ ਰੱਖੋ ਤੇ ਮਾਸਕ ਦੀ ਵਰਤੋਂ ਕਰੋ ਤੇ ਸੈਨੀਟਾਈਜ਼ਰ ਦੀ ਵਰਤੋਂ ਕਰੋ ਤੇ ਇਹਤਿਆਤ ਦਾ ਪਾਲਣ ਕਰੋ ਤੇ ਇਕੱਠ ਦੇ ना जाओ। हुण जदों मजबूरी दे विच किसानां नूं, खेत मजदूरां नूं, आड़तीआ यूनियनां नूं सड़कां दे उत्ते नितरना पै रिहा, रेल गड्डियां नूं रोकना पै रिहा, तां उस वक्त एक दूजे दे संपर्क दे विच आउण दे करके जेकर कोरोना वधदा है, इहदे लई भी साडीआं सरकारां दे वल्लों जो अगाऊं प्रबंध नहीं कीते गए वो जिम्मेवार होणगे। ते हुण जेकर भारत दे प्रधान मंत्री नरेंद्र मोदी दे वल्लों अज तलखी दे विच कीतीआं गईआं गल्लां दी बात पाउणी होवे तां उन्हां ने अज बहुत कुरखत शब्दावली वरती है। वो अज तपे होए सी ते उन्हां दे वल्लों अज ਉੱਚੀ ਸੁਰ ਦੇ ਵਿੱਚ ਗੱਲਾਂ ਕਹੀਆਂ ਗਈਆਂ। ਉਹਨਾਂ ਨੇ ਇਹ ਗੱਲ ਆਖੀ ਹੈ ਜੀ ਕਿ ਭਾਰਤ ਦੀ ਸਰਕਾਰ ਆ, ਜਿਹੜੀ ਕੇਂਦਰ ਦੀ ਸਰਕਾਰ ਆ, ਜੋ ਇਹਨੇ ਜੋ ਖੇਤੀ ਕਾਨੂੰਨ ਲੈ ਕੇ ਆਂਦੇ ਆ, ਇਹ ਤਾਂ ਕਿਸਾਨ ਦੇ ਹੱਕ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਗੱਲ ਕੀਤੀ ਹੈ। ਆਜ਼ਾਦੀ ਤੋਂ ਬਾਅਦ ਕਿਸਾਨੀ ਦਾ ਇਹਨੇ ਵੱਡੇ ਪੱਧਰ ਦੇ ਉੱਤੇ ਸੋਚਣ ਵਾਲੀ ਸਾਡੀ ਪਹਿਲੀ ਸਰਕਾਰ ਹੈ। ਉਹਨਾਂ ਨੇ ਕਿਹਾ ਜੀ ਕਿ ਕੁਝ ਕੁ ਲੋਕ ਜਿਨ੍ਹਾਂ ਦੇ ਰਾਜਨੀਤਿਕ ਮਫਾਦ ਆ, ਉਹ ਕਿਸਾਨਾਂ ਨੂੰ ਗੁੰਮਰਾਹ ਕਰਨ ਦੇ ਉੱਤੇ ਲੱਗੇ ਹੋਏ ਆ। ਉਹ ਨਹੀਂ ਚਾਹੁੰਦੇ ਕਿ ਕਿਸਾਨ ਆਜ਼ਾਦ ਹੋਵੇ, ਉਹ ਨਹੀਂ ਚਾਹੁੰਦੇ ਕਿ ਵਿਚਾਲਿਓਂ ਵਿਚੋਲੇ ਖਤਮ ਹੋਣ, ਉਹ ਨਹੀਂ ਚਾਹੁੰਦੇ ਕਿ ਕਿਸਾਨ ਦੀ ਆਮਦਨ ਦੁੱਗਣੀ ਹੋਵੇ। ਹਾਲਾਂਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਇਹ ਵੀ ਗੱਲਾਂ ਕਹੀਆਂ ਕਿ ਕਿਸਾਨ ਆ ਜਿਹੜਾ ਉਹ ਆਪਣੇ ਖੇਤਾਂ ਦੇ ਰਾਜੇ ਯਾਨੀ ਕਿ ਟਰੈਕਟਰ ਨੂੰ ਜਿਸ ਤਰੀਕੇ ਨਾਲ ਫੂਕ ਰਿਹਾ ਵੱਖ-ਵੱਖ ਪ੍ਰਦਰਸ਼ਨਾਂ ਦੇ ਵਿੱਚ, ਇਹ ਵੀ ਬੜੀ ਚਿੰਤਾਜਨਕ ਗੱਲ ਹੈ। ਇਹ ਕਿਹੜਾ ਪ੍ਰਦਰਸ਼ਨ ਹੈ ਤੇ ਇਹ ਕਿਹੜਾ ਅੰਦੋਲਨ ਹੈ? ਯਾਨੀ ਕਿ ਅੱਜ ਤੱਤੇ ਰੌਣ ਦੇ ਵਿੱਚ ਉਹਨਾਂ ਨੇ ਕਈ ਗੱਲਾਂ ਕਹੀਆਂ, ਪਰ ਇੱਕ ਗੱਲ ਹੋਰ ਕਹਿਣੀ ਬਣਦੀ ਹੈ ਕਿ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਇਹ ਸਾਰੀਆਂ ਗੱਲਾਂ ਕਹਿੰਦੇ ਆ, ਕਿਸਾਨੀ ਆ ਜਿਹੜੀ ਉਹ ਇਹ ਚਾਹੁੰਦੀ ਆ ਕਿ ਸਾਨੂੰ ਤਰਕ ਦੇ ਨਾਲ ਗੱਲ ਸਮਝਾਈ ਜਾਵੇ, ਪਰ ਜਿਹੜੇ ਭਾਜਪਾ ਪੱਖੀ ਲੋਕ ਆ ਜਿਹੜੇ ਕਿ ਗਮਲੇ ਦੇ ਵਿੱਚ ਮੂਲੀਆਂ ਬੀਜਣ ਦਾ ਕੰਮ ਕਰਦੇ ਆ, ਉਹ ਕਹਿੰਦੇ ਵੀ ਮੋਦੀ ਸਾਹਿਬ ਨੇ ਬਹੁਤ ਕਮਾਲ ਕਰਤੀ ਹੈ ਇਹੋ ਜਿਹੀਆਂ ਗੱਲਾਂ ਕਹਿ ਕੇ। ਪਰ ਜਿਹੜੇ ਅਸਲ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਲੋਕ ਆ, ਉਹ ਕਹਿੰਦੇ ਜੀ ਕਿ ਏਸੀ ਕਮਰੇ ਦੇ ਵਿੱਚ ਬੈਠ ਕੇ ਗੱਲਾਂ ਕਰਨੀਆਂ ਹੋਰ ਆ, ਪਰ ਜ਼ਮੀਨੀ ਪੱਧਰ ਦੇ ਉੱਤੇ ਵਿਚਰਨਾ ਇੱਕ ਵੱਖਰੀ ਗੱਲ ਹੈ। ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਕੀ ਕੁਝ ਕਿਹਾ ਗਿਆ ਉਹਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਕਿਸਾਨਾਂ ਨਾਲ ਜੁੜੇ ਹੋਏ ਨਵੇਂ ਖੇਤੀ ਕਾਨੂੰਨਾਂ ਦੇ ਮਾਮਲੇ ਦੇ ਉੱਤੇ ਵਿਰੋਧੀ ਧਿਰਾਂ ਦੇ ਵਿਰੋਧ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪ੍ਰਦਰਸ਼ਨ ਕਰਨ ਵਾਲੇ ਲੋਕ ਮਸ਼ੀਨਾਂ ਤੇ ਸੰਦਾਂ ਨੂੰ ਸਾੜ ਕੇ ਕਿਸਾਨਾਂ ਦਾ ਅਪਮਾਨ ਕਰ ਰਹੇ ਨੇ, ਕਿਉਂਕਿ ਕਿਸਾਨ ਖੇਤੀ ਨਾਲ ਜੁੜੇ ਹੋਏ ਸੰਦਾਂ ਦੀ ਪੂਜਾ ਕਰਦੇ ਨੇ। ਮੋਦੀ ਦਾ ਇਹ ਬਿਆਨ ਇਸ ਕਰਕੇ ਆਇਆ ਕਿਉਂਕਿ ਪੰਜਾਬ ਯੂਥ ਕਾਂਗਰਸ ਦੇ ਵਰਕਰਾਂ ਨੇ ਸੋਮਵਾਰ ਨੂੰ ਦਿੱਲੀ ਦੇ ਵਿੱਚ ਇੰਡੀਆ ਗੇਟ ਦੇ ਕੋਲੇ ਟਰੈਕਟਰ ਨੂੰ ਸਾੜ ਕੇ ਪ੍ਰਦਰਸ਼ਨ ਕੀਤਾ ਸੀ। ਪ੍ਰਧਾਨ ਮੰਤਰੀ ਅੱਜ ਨਮਾਮੇ ਗੰਗਾ ਮਿਸ਼ਨ ਦੇ ਤਹਿਤ ਉੱਤਰਾਖੰਡ ਦੇ 6 ਮੈਗਾ ਪ੍ਰੋਜੈਕਟ ਲਾਂਚ ਕਰਨ ਦੇ ਪ੍ਰੋਗਰਾਮ ਦੇ ਵਿੱਚ ਬੋਲ ਰਹੇ ਸਨ। ਉਹਨਾਂ ਨੇ ਕਾਂਗਰਸ ਦੇ ਉੱਤੇ ਨਿਸ਼ਾਨਾ ਵਿੰਨ੍ਹਦਿਆਂ ਹੋਇਆਂ ਕਿਹਾ, ਉਹ ਲੋਕ ਕਈ ਸਾਲਾਂ ਤੱਕ ਇਹ ਕਹਿੰਦੇ ਰਹੇ ਕਿ ਘੱਟੋ ਘੱਟ ਸਮਰਥਨ ਮੁੱਲ ਯਾਨੀ ਕਿ MSP ਲਾਗੂ ਕਰਾਂਗੇ, ਪਰ ਨਹੀਂ ਕੀਤਾ, ਜਦਕਿ ਸਾਡੀ ਸਰਕਾਰ ਨੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਦੇ ਮੁਤਾਬਕ MSP ਲਾਗੂ ਕੀਤੀ। ਹੁਣ ਕੁਝ ਲੋਕ ਵਿਰੋਧ ਕਰ ਰਹੇ ਨੇ ਕਿਉਂਕਿ ਉਹਨਾਂ ਦੀ ਕਾਲੀ ਕਮਾਈ ਦਾ ਇੱਕ ਹੋਰ ਜ਼ਰੀਆ ਖਤਮ ਹੋ ਚੁੱਕਿਆ। ਮਜ਼ਦੂਰਾਂ ਤੇ ਸਿਹਤ ਦੇ ਨਾਲ ਜੁੜੇ ਹੋਏ ਕਈ ਸੁਧਾਰ ਕੀਤੇ ਗਏ ਨੇ। ਕਿਸਾਨ ਹੁਣ ਆਪਣੀ ਫਸਲ ਨੂੰ ਕਿਤੇ ਵੀ ਤੇ ਕਦੇ ਵੀ ਵੇਚ ਸਕਦੇ ਨੇ। ਕੇਂਦਰ ਸਰਕਾਰ ਜਦੋਂ ਕਿਸਾਨਾਂ ਨੂੰ ਉਹਨਾਂ ਦੇ ਅਧਿਕਾਰ ਦੇ ਰਹੀ ਹੈ ਤਾਂ ਕੁਝ ਲੋਕ ਵਿਰੋਧ ਕਰ ਰਹੇ ਨੇ। ਅਜਿਹੇ ਲੋਕ ਨਹੀਂ ਚਾਹੁੰਦੇ ਕਿ ਕਿਸਾਨ ਖੁੱਲ੍ਹੇ ਬਾਜ਼ਾਰ ਦੇ ਵਿੱਚ ਆਪਣੇ ਪ੍ਰੋਡਕਟ ਵੇਚ ਸਕਣ, ਸਗੋਂ ਉਹ ਚਾਹੁੰਦੇ ਨੇ ਕਿ ਵਿਚੋਲਿਆਂ ਨੂੰ ਮੁਨਾਫਾ ਹੁੰਦਾ ਰਹੇ। ਇਸ ਤਰ੍ਹਾਂ ਨਾਲ ਉਹ ਕਿਸਾਨਾਂ ਦੀ ਆਜ਼ਾਦੀ ਦਾ ਵਿਰੋਧ ਕਰ ਰਹੇ ਨੇ। ਇਹਨਾਂ ਲੋਕਾਂ ਨੇ ਕਈ ਸਾਲਾਂ ਤੱਕ ਸਾਡੇ ਸੁਰੱਖਿਆ ਬਲਾਂ ਯਾਨੀ ਕਿ ਫੌਜ ਦੀ ਮਜ਼ਬੂਤੀ ਦੇ ਲਈ ਵੀ ਕੁਝ ਨਹੀਂ ਕੀਤਾ। ਏਅਰ ਫੋਰਸ ਰਾਫੇਲ ਦੀ ਮੰਗ ਕਰਦੀ ਰਹੀ ਪਰ ਕਦੇ ਨਹੀਂ ਸੁਣੀ ਗਈ।
ਜਦੋਂ ਸਾਡੀ ਸਰਕਾਰ ਨੇ ਫਰਾਂਸ ਨਾਲ ਰਾਫੇਲ ਦੀ ਡੀਲ ਕੀਤੀ ਤਾਂ ਉਹਨਾਂ ਨੂੰ ਦਿੱਕਤ ਸ਼ੁਰੂ ਹੋ ਗਈ। 4 ਸਾਲ ਪਹਿਲਾਂ ਅੱਜ ਹੀ ਦੇ ਦਿਨ ਸਾਡੇ ਬਹਾਦਰ ਜਵਾਨਾਂ ਨੇ ਸਰਜੀਕਲ ਸਟ੍ਰਾਈਕ ਕਰਦੇ ਹੋਏ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਸੀ, ਪਰ ਵਿਰੋਧੀ ਸਬੂਤ ਮੰਗ ਰਹੇ ਸਨ ਕਿ ਸਰਜੀਕਲ ਸਟ੍ਰਾਈਕ ਕਦੋਂ ਤੇ ਕਿਵੇਂ ਕੀਤੀ ਹੈ। ਸਰਜੀਕਲ ਸਟ੍ਰਾਈਕ ਦਾ ਵਿਰੋਧ ਕਰਕੇ ਉਹਨਾਂ ਨੇ ਦੇਸ਼ ਦੇ ਸਾਹਮਣੇ ਆਪਣੇ ਮਨਸੂਬੇ ਜ਼ਾਹਰ ਕਰ ਦਿੱਤੇ ਸਨ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਹੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਦੋਂ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਇਹ ਬਿੱਲ ਹੋਣ ਦੀ ਗੱਲ ਕਰਦੇ ਸੀ ਜਦੋਂ ਲੋਕ ਸਭਾ ਦੇ ਵਿੱਚ ਬਿੱਲ ਹਾਲੇ ਪੇਸ਼ ਕੀਤਾ ਗਿਆ ਸੀ। ਉਸ ਤੋਂ ਬਾਅਦ ਰਾਜ ਸਭਾ ਦੀ ਮੇਜ਼ ਦੇ ਉੱਤੇ ਬਿੱਲ ਗਿਆ, ਉਦੋਂ ਵੀ ਉਹ ਵਾਰ-ਵਾਰ ਇੱਕੋ ਗੱਲ ਕਹੀ ਗਏ ਕਿ ਕਿਸਾਨੀ ਨੂੰ ਸਮਝਾਉਣਾ ਸਮੇਂ ਦੀ ਬਹੁਤ ਵੱਡੀ ਲੋੜ ਹੈ ਤੇ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਧਰੋਂ ਰਾਜ ਸਭਾ ਦੇ ਵਿੱਚ ਬਿੱਲ ਇਹ ਪਾਸ ਹੋ ਗਏ ਤੇ ਰਾਸ਼ਟਰਪਤੀ ਦੀ ਮੇਜ਼ ਦੇ ਉੱਤੇ ਚਲੇ ਗਏ। ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੁਝ ਕੁ ਲੋਕ ਆ ਜਿਹੜੇ ਕਿ ਸਾਜ਼ਿਸ਼ਾਂ ਘੜਦੇ ਤੇ ਗੁੰਮਰਾਹ ਕਰਕੇ ਕਿਸਾਨਾਂ ਨੂੰ ਭੜਕਾਉਣ ਦਾ ਕੰਮ ਕਰ ਰਹੇ ਆ। ਹਾਲੇ ਉਹ ਆਹ ਗੱਲਾਂ ਕਰ ਰਹੇ ਸੀ ਤੇ ਰਾਸ਼ਟਰਪਤੀ ਦੇ ਵੱਲੋਂ ਵੀ ਮੋਹਰ ਲਾ ਕੇ ਇਹ ਬਿੱਲਾਂ ਨੂੰ ਕਾਨੂੰਨ ਬਣਾ ਦਿੱਤਾ ਗਿਆ ਤੇ ਹੁਣ ਵੀ ਭਾਰਤ ਦੇ ਪ੍ਰਧਾਨ ਮੰਤਰੀ ਉਸੇ ਗੱਲ ਦੇ ਉੱਤੇ ਅੜੇ ਹੋਏ ਆ ਕਿ ਇਹ ਬਿੱਲ ਬਹੁਤ ਚੰਗੇ ਆ, ਇਹ ਕਾਨੂੰਨ ਬਹੁਤ ਚੰਗੇ ਆ, ਇਹਦੇ ਨਾਲ ਕਿਸਾਨੀ ਦਾ ਭਾਰ ਉਤਾਰਾ ਹੋ ਜਾਣਾ, ਕਿਸਾਨੀ ਦੀ ਆਮਦਨ ਦੇ ਵਿੱਚ ਵਾਧਾ ਹੋ ਜਾਣਾ। ਵਿਰੋਧੀ ਆ ਜਿਹੜੇ ਉਹ ਗੁੰਮਰਾਹ ਕਰਨ ਦਾ ਕੰਮ ਕਰ ਰਹੇ ਆ, ਕਿਸਾਨੀ ਨੂੰ ਭੜਕਾਉਣ ਦਾ ਕੰਮ ਕਰ ਰਹੇ ਆ। ਮੋਦੀ ਸਰਕਾਰ ਯਾਨੀ ਕਿ ਸਾਡੀ ਸਰਕਾਰ ਬਹੁਤ ਕੁਝ ਚੰਗਾ ਕਰ ਰਹੀ ਹੈ, ਪਰ ਇਹ ਚੰਗਾ ਵੀ ਕੀ ਕਰਨਾ ਜਿਹੜਾ ਕਿ ਕਿਸਾਨ ਦੀ ਸਮਝ ਦੇ ਵਿੱਚ ਹੀ ਨਹੀਂ ਪੈ ਰਿਹਾ। ਹਾਲਾਂਕਿ ਇਹ ਗੱਲ ਕਹੀ ਜਾ ਰਹੀ ਹੈ ਕਿ ਵਿਰੋਧੀ ਇਹ ਸਾਰੀਆਂ ਗੱਲਾਂ ਸਿਖਾ ਰਹੇ ਆ, ਮੈਨੂੰ ਕਿਸੇ ਨੇ ਨਹੀਂ ਸਿਖਾਇਆ, ਮੈਂ ਵੀ ਕਿਸਾਨੀ ਪਰਿਵਾਰ ਦੇ ਵਿੱਚੋਂ ਆ। ਕਿਸੇ ਵੀ ਇੱਕ ਕਿਸਾਨ ਨੂੰ ਇਸ ਵਕਤ ਕਿਸੇ ਰਾਜਨੀਤਿਕ ਪਾਰਟੀ ਨੇ ਭੜਕਾਇਆ ਨਹੀਂ। ਇਹ ਇੱਕ ਵੱਖਰੀ ਗੱਲ ਹੈ ਕਿ ਰਾਜਨੀਤਿਕ ਪਾਰਟੀਆਂ ਭੜਕੇ ਹੋਏ ਕਿਸਾਨਾਂ ਨੂੰ ਆਪਣੇ ਪ੍ਰਸੰਗ ਦੇ ਵਿੱਚ ਵਰਤਣ ਦੀ ਕੋਸ਼ਿਸ਼ ਕਰ ਰਹੀਆਂ ਤੇ ਵਰਤ ਵੀ ਚੁੱਕੀਆਂ ਤੇ ਵਰਤਣਗੀਆਂ ਵੀ, ਪਰ ਗੱਲ ਇਹ ਹੈ ਵੀ ਕਿਸੇ ਦੇ ਸਿਖਾਏ ਦੇ ਉੱਤੇ ਕੋਈ ਵੀ ਸੜਕਾਂ ਦੇ ਉੱਤੇ ਨਹੀਂ ਆਇਆ। ਪ੍ਰਧਾਨ ਮੰਤਰੀ ਸਾਹਿਬ ਨੂੰ ਇਸ ਗੱਲ ਦਾ ਵਹਿਮ ਆ ਕਿ ਜਿਹੜੇ ਲੋਕ ਰੇਲਾਂ ਰੋਕ ਰਹੇ ਆ ਉਹ ਕਾਂਗਰਸ ਦੇ ਜਾਂ ਕਿਸੇ ਹੋਰ ਪਾਰਟੀ ਦੇ ਸਿਖਾਏ ਹੋਏ ਰੋਕ ਰਹੇ ਆ। ਅਸਲ ਦੇ ਵਿੱਚ ਸਭ ਨੂੰ ਆਪਣੇ ਭਵਿੱਖ ਦਾ ਫਿਕਰ ਹੈ। ਸਾਡੀਆਂ ਜ਼ਮੀਨਾਂ ਸੁੰਗੜ ਰਹੀਆਂ, ਜੇਕਰ ਖੁੱਲੀ ਮੰਡੀ ਦੇ ਵਿੱਚ ਸਾਡਾ ਕੁਝ ਨਾ ਬਣਿਆ ਅਸੀਂ ਕਰਾਂਗੇ ਕੀ। ਹੁਣ ਸੋਚਣ ਵਾਲੀ ਗੱਲ ਇਹ ਹੈ ਵੀ ਮੰਨ ਲਓ ਕਿਸੇ ਕੋਲੇ 2 ਏਕੜ ਜ਼ਮੀਨ ਹੈ, ਉਹ ਪੰਜਾਬ ਦੀ ਥਾਂ ਦੇ ਉੱਤੇ ਗੁੜਗਾਉਂ ਦੇ ਵਿੱਚ ਟਰਾਲੀ ਭਰ ਕੇ ਕਿਵੇਂ ਜਾਊਗਾ ਵੀ ਭਾਈ ਮੈਂ ਤਾਂ ਆਪਣੀ ਫਸਲ ਇੱਥੇ ਵੇਚਣੀ ਆ। ਵੱਡੀ ਗੱਲ ਇਹ ਆ ਵੀ ਜੇਕਰ ਤੁਹਾਡੀ ਜ਼ਮੀਨ ਦੇ ਨਾਲ ਜਾਂ ਫਸਲ ਦੇ ਨਾਲ ਸੰਬੰਧਿਤ ਕੋਈ ਵੀ ਰੌਲਾ ਪੈਦਾ ਹੋ ਗਿਆ ਤਾਂ ਤੁਸੀਂ ਉਹਦੇ ਲਈ ਕੇਸ ਵੀ ਨਹੀਂ ਲੜ ਸਕਦੇ। ਤੁਸੀਂ ਆਪਣੇ ਪ੍ਰਸ਼ਾਸਨਿਕ ਅਧਿਕਾਰੀਆਂ ਕੋਲੇ ਜਾ ਸਕਦੇ ਆ, ਪਰ ਤੁਹਾਡੇ ਅਧਿਕਾਰ ਖੇਤਰ ਦੇ ਵਿੱਚ ਇਹ ਗੱਲ ਨਹੀਂ ਕਿ ਤੁਸੀਂ ਕਾਨੂੰਨ ਦਾ ਦਰਵਾਜ਼ਾ ਖੜਕਾਓ, ਤੁਸੀਂ ਅਦਾਲਤੀ ਦਰਵਾਜ਼ਾ ਖੜਕਾਓ। ਇਹੋ ਜਿਹੀਆਂ ਬਹੁਤ ਸਾਰੀਆਂ ਵਿੱਚ ਨਿਯਮ ਤੇ ਸ਼ਰਤਾਂ ਵਾਲੀ ਗੱਲ ਹੈ ਜਿਹੜੀ ਕਿ ਕਿਸਾਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਤੰਗ ਪਰੇਸ਼ਾਨ ਕਰੂਗੀ। ਸੋ ਉਸ ਤੋਂ ਅਗਲੀ ਗੱਲ ਇਹ ਹੈ ਕਿ ਇਸ ਵਕਤ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਤਾਂ ਮਨ ਦੀਆਂ ਗੱਲਾਂ ਕਹੀ ਜਾਂਦੇ ਆ। ਦੂਜੀ ਗੱਲ ਇਹ ਵੀ ਹੈਗੀ ਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਤਾਂ ਆਪਣੇ ਮਨ ਦੀਆਂ ਗੱਲਾਂ ਕਹੀ ਜਾਂਦੇ ਆ, ਪਰ ਪੰਜਾਬ ਦੇ ਵਿੱਚ ਭਾਜਪਾ ਨੂੰ ਜਿਹੜੀ ਚੁਣੌਤੀ ਦਾ ਸਾਹਮਣਾ ਇਸ ਵਕਤ ਕਰਨਾ ਪੈ ਰਿਹਾ ਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਜਿਸ ਤਰੀਕੇ ਦੇ ਨਾਲ ਬੀਜੇਪੀ ਦੀ ਲੀਡਰਸ਼ਿਪ ਨੂੰ ਅੱਗੇ ਲਾਇਆ ਤੇ ਵਾਹਣੋ ਵਾਹਣੀ ਪਾਇਆ, ਉਹਦੇ ਬਾਬਤ ਵੀ ਮੋਦੀ ਸਾਹਿਬ ਨੂੰ ਸੋਚਣਾ ਚਾਹੀਦਾ ਕਿ ਜੇਕਰ ਕਿਸਾਨੀ ਨੂੰ ਗੁੰਮਰਾਹ ਕੀਤਾ ਹੁੰਦਾ ਕਿਸੇ ਨੇ ਤੇ ਹੁਣ ਤੱਕ ਉਹਨਾਂ ਨੇ ਗੁੰਮਰਾਹ ਹੋਣੋਂ ਹਟ ਜਾਣਾ ਸੀ। ਇਹ ਤਾਂ ਕਿਸਾਨਾਂ ਦੇ ਅੰਦਰੋਂ ਉੱਠੇ ਵਲਵਲੇ ਆ ਵੀ ਸਾਨੂੰ ਲੁੱਟ-ਪੁੱਟ ਕੇ ਛੱਡਤਾ, ਸਾਡੇ ਲਈ ਕਦੇ ਇਹਨਾਂ ਨੇ ਕੁਝ ਨਹੀਂ ਕੀਤਾ। ਨੋਟਬੰਦੀ ਦੇ ਨਾਂ ਦੇ ਉੱਤੇ ਆਮ ਲੋਕ ਮਾਰੇ ਗਏ, ਆਮ ਕਾਰੋਬਾਰ ਆ ਜਿਹੜੇ ਠੱਪ ਹੋ ਗਏ, ਸਧਾਰਨ ਕਾਰੋਬਾਰ GST ਦੇ ਨਾਂ ਦੇ ਉੱਤੇ ਕਦੇ ਅਸੀਂ ਆਹ ਕਾਨੂੰਨ ਬਣਾਤਾ, ਕਦੇ ਆਹ ਕਾਨੂੰਨ ਬਣਾਤਾ। ਲੋਕ ਪੱਖੀ ਗੱਲ ਕਦੇ ਹੋਈ ਨਹੀਂ, ਇਸ ਕਰਕੇ ਕਿਸਾਨ ਭੜਕੇ ਹੋਏ ਆ ਵੀ ਐਤਕੀ ਵੀ ਇਹਨਾਂ ਨੇ ਸਾਡੇ ਲਈ ਕੁਝ ਨਹੀਂ ਕਰਨਾ। ਸੋ ਇਸ ਵਕਤ ਪੰਜਾਬ ਦੇ ਵਿੱਚ BJP ਦੇ ਲਈ ਬਹੁਤ ਵੱਡੀ ਚੁਣੌਤੀ ਹੈ। BJP ਦੇ ਨੇਤਾਵਾਂ ਦੇ ਲੋਕ ਝੱਗੇ ਪਾੜਨ ਨੂੰ ਫਿਰਦੇ ਆ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਇਹ ਗੱਲ ਕਹਿੰਦੇ ਆ ਕਿ BJP ਦੀ ਜਿਹੜੀ ਸੂਬਾਈ ਲੀਡਰਸ਼ਿਪ ਆ, ਜਿਹੜੇ ਸੂਬਾਈ ਵਰਕਰ ਆ, ਉਹ ਕਿਸਾਨਾਂ ਨੂੰ ਇਹ ਗੱਲ ਸਮਝਾਉਣ ਤੇ ਪ੍ਰੈਸ ਕਾਨਫਰੰਸਾਂ ਕਰਕੇ ਇਹ ਗੱਲ ਸਮਝਾਉਣ। ਜਦੋਂ ਵੀ BJP ਦਾ ਕੋਈ ਨੇਤਾ ਪ੍ਰੈਸ ਕਾਨਫਰੰਸ ਕਰਨ ਜਾਂਦਾ ਹੈ ਉਸ ਵਕਤ ਕਿਸਾਨ ਯੂਨੀਅਨ ਦੇ ਸਮਰਥਕ ਆ ਜਿਹੜੇ ਉਹ ਘੇਰਾ ਪਾਉਂਦੇ ਆ ਤੇ ਬਾਅਦ ਦੇ ਵਿੱਚ ਬੋਲਤੀ ਬੰਦ ਉਹਨਾਂ BJP ਦੇ ਆਗੂਆਂ ਦੀ ਹੋ ਜਾਂਦੀ ਹੈ। ਸੋ ਮੋਦੀ ਸਾਹਿਬ ਕੁਝ ਹੋਰ ਕਹਿੰਦੇ ਆ ਤੇ ਪੰਜਾਬ ਦੇ ਵਿੱਚ ਜ਼ਮੀਨੀ ਹਕੀਕਤ ਕੁਝ ਹੋਰ ਬਣੀ ਪਈ ਹੈ। ਇੱਕ ਬੜੀ ਮਹੱਤਵਪੂਰਨ ਤੇ ਹੈਰਾਨੀਜਨਕ ਗੱਲ ਇਹ ਹੈ ਵੀ ਰਾਜਨੀਤਿਕ ਲੋਕਾਂ ਨੇ ਪੰਜਾਬ ਦੇ ਕਿਸਾਨ ਅੰਦੋਲਨ ਨੂੰ ਕਿਸ ਤਰੀਕੇ ਦੇ ਨਾਲ ਮੋੜ ਘਟਾਤਾ, ਕਿਵੇਂ ਇਹਦੇ ਵਿੱਚ ਸੰਨ ਲਾਤੀ ਹੈ, ਇਹਦੀ ਇੱਕ ਬਹੁਤ ਵੱਡੀ ਉਦਾਹਰਨ ਹੈ। ਹੁਣ ਅਕਾਲੀ ਦਲ ਤੇ ਕਾਂਗਰਸ ਦੀ ਇਹ ਲੜਾਈ ਬਣ ਗਈ ਹੈ। ਉਹ ਕਹਿੰਦੇ ਅਸੀਂ ਧਰਨੇ ਲਾਵਾਂਗੇ, ਉਹ ਕਹਿੰਦੇ ਅਸੀਂ ਧਰਨੇ ਲਾਵਾਂਗੇ, ਵਿੱਚੋਂ ਧਰਨਿਆਂ ਦੇ ਕੀ ਨਿਕਲਣਾ ਇਹਦੇ ਬਾਬਤ ਪਤਾ ਕੁਝ ਨਹੀਂਗਾ। ਪਰ ਯੂਥ ਕਾਂਗਰਸ ਆ ਜਿਹੜੀ ਉਹਨੇ ਲੰਘੇ ਕੱਲ ਇੰਡੀਆ ਗੇਟ ਦਿੱਲੀ ਦੇ ਵਿੱਚ ਜਾ ਕੇ ਆਸ਼ਾ ਟਰੈਕਟਰ ਫੂਕਿਆ ਸੀ। ਉਸ ਮਾਮਲੇ ਦੇ ਉੱਤੇ ਬਰਿੰਦਰ ਸਿੰਘ ਢਿੱਲੋਂ ਜਿਹੜੇ ਕਿ ਯੂਥ ਕਾਂਗਰਸ ਦੇ ਪ੍ਰੈਜ਼ੀਡੈਂਟ ਆ ਪੰਜਾਬ ਦੇ, ਉਹਨਾਂ ਨੂੰ ਦਿੱਲੀ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ, ਕੁਝ ਕੁ ਹੋਰ ਲੋਕਾਂ ਨੂੰ ਵੀ। ਇਹਦੇ ਮੁਤਲਕ ਇੱਕ ਨਵੀਂ ਖਬਰ ਸਾਹਮਣੇ ਆਈ ਹੈ ਵੀ ਜਿਹੜਾ ਆਸ਼ਾ ਟਰੈਕਟਰ ਦਿੱਲੀ ਦੇ ਵਿੱਚ ਫੂਕਿਆ ਗਿਆ, ਇਹੀ ਟਰੈਕਟਰ ਪਹਿਲਾਂ ਅੰਬਾਲੇ ਦੇ ਵਿੱਚ ਕੋਈ ਦਿਨ ਪਹਿਲਾਂ ਫੂਕਿਆ ਗਿਆ ਸੀ। ਉੱਥੇ ਅੱਗ ਲਾਈ, ਬਾਅਦ ਦੇ ਵਿੱਚ ਖਬਰਾਂ ਬਣ ਗਈਆਂ, ਉਹਦੇ ਤੇ ਪਾਣੀ ਪਾਇਆ, ਅੱਗ ਬੁਝ ਗਈ। ਫਿਰ ਟਰੱਕ ਦੇ ਵਿੱਚ ਲੱਦ ਕੇ ਤੇ ਦਿੱਲੀ ਦੇ ਵਿੱਚ ਲੈ ਗਏ ਟਰੈਕਟਰ ਨੂੰ। ਉੱਥੇ ਜਾ ਕੇ ਇਹਨਾਂ ਨੇ ਇੰਡੀਆ ਗੇਟ ਦੇ ਮੂਹਰੇ ਫੂਕਿਆ। ਮਤਲਬ ਇਹ ਆ ਵੀ ਟਰੈਕਟਰ ਇੱਕ ਹੈ
ਤੇ ਫੂਕਿਆ 2 ਥਾਵਾਂ ਦੇ ਉੱਤੇ ਆ। ਤੇ ਹੁਣ ਜਦੋਂ ਇਹ ਟਰੈਕਟਰ ਅੱਧੋਂ ਵੱਧ ਸੜ ਗਿਆ ਤਾਂ ਪੁਲਿਸ ਦੇ ਵੱਲੋਂ ਆਪਣੇ ਕਬਜ਼ੇ ਦੇ ਵਿੱਚ ਕਰ ਲਿਆ ਗਿਆ ਵੀ ਕਿਤੇ ਇਹ ਨਾ ਹੋਵੇ ਤੀਜੀ ਥਾਂ ਦੇ ਉੱਤੇ ਜਾ ਕੇ ਫਿਰ ਇਹਨੂੰ ਫੂਕਣ ਲੱਗ ਜਾਣ। ਪਰ ਇਸ ਵਕਤ ਡਰਾਮੇਬਾਜ਼ੀ ਨਹੀਂ ਕਰਨੀ ਚਾਹੀਦੀ। ਪੰਜਾਬ ਦੇ ਲੀਡਰਾਂ ਨੂੰ ਚਾਹੀਦਾ ਇਹ ਹੈ ਕਿ ਉਹ ਬੜੇ ਵੱਡੇ ਪੱਧਰ ਦੇ ਉੱਤੇ ਮਰਨ ਵਰਤ ਰੱਖਣ। ਉਹਨਾਂ ਨੂੰ ਚਾਹੀਦਾ ਜੀ ਕਿ ਉਹ ਆਰ-ਪਾਰ ਦੀ ਲੜਾਈ ਲੜਨ, ਉਹ ਮੋਦੀ ਸਰਕਾਰ ਨੂੰ ਘੇਰਾ ਪਾਉਣ ਦਿੱਲੀ ਦੇ ਵਿੱਚ ਜਾ ਕੇ। ਪੰਜਾਬ ਦੇ ਵਿੱਚ ਜੇਕਰ ਲੀਡਰਸ਼ਿਪ ਕਹੂਗੀ ਜੀ ਕਿ ਅਸੀਂ ਤੁਹਾਡੇ ਨਾਲ ਬੈਠੇ ਆ, ਐਂ ਕਰਾਂਗੇ ਓਂ ਕਰਾਂਗੇ, ਪੰਜਾਬ ਦਾ ਮੋਰਚਾ ਤਾਂ ਸੰਭਾਲਿਆ ਹੋਇਆ ਕਿਸਾਨਾਂ ਨੇ, ਆੜ੍ਹਤੀਆਂ ਨੇ, ਮਜ਼ਦੂਰਾਂ ਨੇ। ਲੀਡਰਸ਼ਿਪ ਪੰਜਾਬ ਦੀ ਭਾਵੇਂ ਉਹ ਕਾਂਗਰਸ ਆ, ਭਾਵੇਂ ਉਹ ਅਕਾਲੀ ਦਲ ਆ, ਭਾਵੇਂ ਆਮ ਆਦਮੀ ਪਾਰਟੀ ਆ, ਭਾਵੇਂ ਬਸਪਾ ਤੇ ਭਾਵੇਂ ਕੋਈ ਵੀ ਹੋਰ ਆ, ਉਹਨਾਂ ਨੂੰ ਚਾਹੀਦਾ ਕਿ ਦਿੱਲੀ ਦੇ ਵਿੱਚ ਜਾ ਕੇ ਮੋਦੀ ਹੋਰਾਂ ਨੇ ਬੰਗਲੇ ਦੇ ਮੂਹਰੇ ਜਾਂ ਫਿਰ ਸਦਨ ਦੇ ਮੂਹਰੇ ਜਾ ਕੇ ਬੈਠਣ ਤੇ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਜਾਂ ਮਰਨ ਵਰਤ ਸ਼ੁਰੂ ਕਰ ਦੇਣ, ਤਾਂ ਜੋ ਲੋਕਾਂ ਦੇ ਮਨਾਂ ਦੇ ਉੱਤੇ ਇਹ ਪ੍ਰਭਾਵ ਚੰਗਾ ਜਾਵੇ ਕਿ ਸਾਡੇ ਲਈ ਇਹ ਮਰਨ ਵਾਸਤੇ ਵੀ ਤਿਆਰ ਆ, ਸਾਰੇ ਸਾਡੇ ਲਈ ਕੁਝ ਕਰਕੇ ਦਿਖਾਉਣ ਦੇ ਲਈ ਤਿਆਰ ਹੋਏ ਪਏ ਆ। ਪਰ ਟਰੈਕਟਰ ਫੂਕ ਦਿਓ, ਆਹ ਕਰ ਦਿਓ, ਉਹ ਕਰ ਦਿਓ, ਇਹ ਇੱਕ ਪਖੰਡਬਾਜ਼ੀ ਹੈ ਜਿਹਦੇ ਤੋਂ ਗੁਰੇਜ਼ ਕਰਨਾ ਚਾਹੀਦਾ। ਅੱਜ ਪੰਜਾਬ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੰਡੀਗੜ੍ਹ ਦੇ ਵਿੱਚ ਮਿਲ ਕੇ ਆਈਆਂ। ਪਿਛਲੇ ਕਈ ਦਿਨਾਂ ਤੋਂ ਜਥੇਬੰਦੀਆਂ ਦੀ ਚਰਚਾ ਚੱਲ ਰਹੀ ਸੀ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਮਿਲਣਗੀਆਂ ਤੇ ਅੱਜ ਮਿਲੀਆਂ ਵੀ ਜਥੇਬੰਦੀਆਂ ਤੇ ਵੱਖ-ਵੱਖ ਕਿਸਾਨ ਆਗੂਆਂ ਨੇ ਅੱਜ ਕੈਪਟਨ ਅਮਰਿੰਦਰ ਸਿੰਘ ਦੇ ਮੂਹਰੇ ਕਈ ਤਰ੍ਹਾਂ ਦੇ ਨੁਕਤੇ ਰੱਖੇ ਆ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਇਸ ਵਕਤ ਕਿਸਾਨੀ ਸੰਘਰਸ਼ ਸਿਖਰ ਦੇ ਉੱਤੇ ਆ, ਪਰ ਸਾਨੂੰ ਤੁਹਾਡੇ ਵੀ ਸਾਥ ਦੀ ਲੋੜ ਹੈ ਤੇ ਬਾਕੀ ਪਾਰਟੀਆਂ ਦੇ ਸਾਥ ਦੀ ਵੀ। ਇਸ ਕਰਕੇ ਸਭ ਤੋਂ ਪਹਿਲਾ ਕੰਮ ਤੁਸੀਂ ਇਹ ਕਰੋ ਕਿ ਵਿਸ਼ੇਸ਼ ਅਜਲਾਸ ਸੱਦੋ ਵਿਧਾਨ ਸਭਾ ਦਾ, ਤਾਂ ਜੋ ਇਸ ਕਾਨੂੰਨ ਦੇ ਖਿਲਾਫ ਮਤਾ ਪਾਸ ਕੀਤਾ ਜਾ ਸਕੇ ਤੇ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਚਾਹੀਦਾ ਤੇ ਕਿਸਾਨ ਜਥੇਬੰਦੀਆਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ ਤੇ ਦਿੱਲੀ ਦੇ ਵੱਲ ਆਪਾਂ ਨੂੰ ਕੂਚ ਕਰਨਾ ਚਾਹੀਦਾ। ਪਤਾ ਲੱਗਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਕਈ ਮੰਗਾਂ ਦੇ ਉੱਤੇ ਮੋਹਰ ਲਾਈ ਹੈ। ਉਹਨਾਂ ਨੇ ਕਈ ਤਰ੍ਹਾਂ ਦੀਆਂ ਗੱਲਾਂ ਦੇ ਉੱਤੇ ਜ਼ੁਬਾਨ ਕੀਤੀ ਹੈ। ਉਹਨਾਂ ਨੇ ਕਿਹਾ ਜੀ ਕਿ ਅਸੀਂ ਤੁਹਾਡੀਆਂ ਗੱਲਾਂ ਦੇ ਨਾਲ ਸਹਿਮਤ ਹਾਂ ਤੇ ਅਸੀਂ ਤੁਹਾਡੇ ਨਾਲ ਖੜੇ ਹਾਂ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਬਹੁਤ ਜਲਦ ਅਸੀਂ ਵਿਧਾਨ ਸਭਾ ਦਾ ਵਿਸ਼ੇਸ਼ ਅਜਲਾਸ ਸੱਦਾਂਗੇ, ਉਹਦੇ ਵਿੱਚ ਸਾਰੀਆਂ ਹੀ ਸਿਆਸੀ ਪਾਰਟੀਆਂ ਜਿਹੜੇ ਆਗੂ ਆ ਉਹ ਇਸ ਮਾਮਲੇ ਦੇ ਉੱਤੇ ਚਰਚਾ ਵੀ ਕਰਨਗੇ ਤੇ ਅਗਲੀ ਅਸੀਂ ਰਣਨੀਤੀ ਵੀ ਉਲੀਕਾਂਗੇ। ਹੁਣ ਵਿੱਚੋਂ ਖਬਰਾਂ ਇਹ ਵੀ ਆ ਰਹੀਆਂ ਕਿ ਕੁਝ ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਹੌਲੀ-ਹੌਲੀ ਖਿੰਡਦੀਆਂ ਜਾ ਰਹੀਆਂ। ਵੈਸੇ ਮੈਂ ਹਮੇਸ਼ਾ ਇਹ ਗੱਲ ਕਹੀ ਹੈ ਕਿ ਜਦੋਂ ਵੀ ਕੋਈ ਅੰਦੋਲਨ ਲੰਮਾ ਸਮਾਂ ਚੱਲਦਾ ਉਹਦੇ ਵਿੱਚ ਸੰਨ ਲਾਉਣ ਵਾਲੇ ਬਥੇਰੇ ਹੁੰਦੇ ਆ, ਲੱਗ ਵੀ ਰਹੀ ਹੈ ਤੇ ਲੱਗ ਚੁੱਕੀ ਵੀ ਹੈ। ਸੋ ਇਸ ਕਰਕੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਜੋਸ਼ ਦੇ ਨਾਲ ਹੋਸ਼ ਤੋਂ ਵੀ ਬਰਾਬਰ ਦਾ ਕੰਮ ਲੈਂਦੇ ਰਹਿਣਾ ਚਾਹੀਦਾ। ਪਰ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਜਦੋਂ ਮਿਲੇ ਆ ਕਿਸਾਨ ਆਗੂ, ਉਹਨਾਂ ਨੇ ਕਿਹੜੇ-ਕਿਹੜੇ ਨੁਕਤੇ ਰੱਖੇ ਆ, ਉਹਨਾਂ ਦੇ ਕੀ ਅੱਗੋਂ ਉੱਤਰ ਮਿਲੇ ਆ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਸਾਨਾਂ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣ ਤੋਂ ਇਲਾਵਾ ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ ਲੜਨ ਦੇ ਵਿੱਚ ਹਰ ਸੰਭਵ ਕਾਨੂੰਨੀ ਤੇ ਹੋਰ ਕਦਮ ਚੁੱਕਣ ਦਾ ਭਰੋਸਾ ਦਿੱਤਾ ਹੈ। ਇਸ ਲਈ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਵੀ ਸੱਦਿਆ ਜਾਵੇਗਾ ਤੇ ਵਿਚਾਰ ਵਟਾਂਦਰਾ ਕਰਕੇ ਕੋਈ ਫੈਸਲਾ ਕੀਤਾ ਜਾਵੇਗਾ। ਇਸ ਮੁੱਦੇ ਦੇ ਉੱਤੇ ਆਪਣੇ ਵਿਚਾਰ ਰੱਖਣ ਦੇ ਲਈ 31 ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਦੇ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਆਪਣੀ ਕਾਨੂੰਨੀ ਟੀਮ ਦੇ ਨਾਲ ਇਸ ਮੁੱਦੇ ਦੇ ਉੱਤੇ ਸੁਪਰੀਮ ਕੋਰਟ ਦੇ ਵਿੱਚ ਖੇਤੀ ਕਾਨੂੰਨਾਂ ਨੂੰ ਚੁਣੌਤੀ ਦੇਣ ਸਮੇਤ ਅਗਲੇ ਕਦਮਾਂ ਨੂੰ ਅੰਤਮ ਰੂਪ ਦੇਣ ਦੇ ਵਾਸਤੇ ਵਿਚਾਰ ਵਟਾਂਦਰਾ ਕਰਨਗੇ। ਅੱਜ ਚੰਡੀਗੜ੍ਹ ਦੇ ਵਿੱਚ 31 ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਬਾਅਦ ਦੇ ਵਿੱਚ ਆਪਣੀ ਕਾਨੂੰਨੀ ਟੀਮ ਨਾਲ ਇਸ ਮੁੱਦੇ ਦੇ ਉੱਤੇ ਸੁਪਰੀਮ ਕੋਰਟ ਦੇ ਵਿੱਚ ਕਾਨੂੰਨਾਂ ਨੂੰ ਚੁਣੌਤੀ ਦੇਣ ਸਮੇਤ ਅਗਲੇ ਕਦਮਾਂ ਨੂੰ ਅੰਤਮ ਰੂਪ ਦੇਣ ਵਾਸਤੇ ਵਿਚਾਰ ਵਟਾਂਦਰਾ ਕਰਨਗੇ। ਕਿਸਾਨ ਨੁਮਾਇੰਦਿਆਂ ਤੋਂ ਇਲਾਵਾ AICC ਦੇ ਜਨਰਲ ਸਕੱਤਰ ਇੰਚਾਰਜ ਹਰੀਸ਼ ਰਾਵਤ, ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਭਾਰਤ ਭੂਸ਼ਣ ਆਸ਼ੂ, ਵਿਧਾਇਕ ਰਾਣਾ ਗੁਰਜੀਤ ਸਿੰਘ, ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਐਡਵੋਕੇਟ ਜਨਰਲ ਅਤੁਲ ਨੰਦਾ ਸਮੇਤ ਕਈ ਹੋਰ ਸੀਨੀਅਰ ਆਗੂ ਤੇ ਅਧਿਕਾਰੀ ਮੀਟਿੰਗ ਦੇ ਵਿੱਚ ਸ਼ਾਮਲ ਹੋਏ। ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਨੁਮਾਇੰਦਿਆਂ ਨੂੰ ਭਰੋਸਾ ਦਿੱਤਾ ਕਿ ਉਹ ਕੇਂਦਰ ਦੇ ਸੂਬੇ ਦੇ ਸੰਘੀ ਤੇ ਸੰਵਿਧਾਨਕ ਅਧਿਕਾਰਾਂ ਦੇ ਉੱਤੇ ਕੀਤੇ ਹਮਲੇ ਦਾ ਮੁਕਾਬਲਾ ਕਰਨ ਤੇ ਕਿਸਾਨਾਂ ਦੇ ਹਿੱਤਾਂ ਲਈ ਲੜਨ ਦੇ ਲਈ ਹਰ ਸੰਭਵ ਕਦਮ ਚੁੱਕਣਗੇ। ਜੇ ਕਾਨੂੰਨੀ ਮਾਹਰ ਕੇਂਦਰੀ ਕਾਨੂੰਨਾਂ ਨਾਲ ਲੜਨ ਦੇ ਲਈ ਰਾਜ ਦੇ ਕਾਨੂੰਨਾਂ ਵਿੱਚ ਸੋਧ ਦੀ ਸਲਾਹ ਦਿੰਦੇ ਨੇ ਤਾਂ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਤੁਰੰਤ ਇਸ ਲਈ ਬੁਲਾਇਆ ਜਾਵੇਗਾ। ਇਸ ਦੌਰਾਨ ਉਹਨਾਂ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਇਸ ਮੁੱਦੇ ਦੇ ਉੱਤੇ ਘੇਰਿਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀਆਂ ਨੇ ਵੱਡੇ ਕਾਰਪੋਰੇਟਾਂ ਨੂੰ ਆਪਣੇ ਰਾਜਨੀਤਿਕ ਹਿੱਤਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਕਿਸਾਨਾਂ ਦੇ ਹੱਕਾਂ ਦੇ ਉੱਤੇ ਕਬਜ਼ਾ ਕੀਤਾ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਵਿਧਾਨ ਸਭਾ ਸੈਸ਼ਨ ਤੋਂ ਦੂਰ ਰਹਿਣ ਦੀ ਚੋਣ ਕੀਤੀ ਸੀ, ਜਿਸ ਦੌਰਾਨ ਫਾਰਮ ਬਿੱਲਾਂ ਵਿਰੁੱਧ ਮਤਾ ਪਾਸ ਕੀਤਾ ਗਿਆ ਸੀ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਹੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਿਧਾਨ ਸਭਾ ਦਾ ਇਜਲਾਸ ਆ ਜਿਹੜਾ ਉਹ ਹੰਗਾਮੀ ਹਾਲਤ ਦੇ ਵਿੱਚ ਤੇ ਜਲਦੀ ਸੱਦਣਾ ਚਾਹੀਦਾ, ਕਿਉਂਕਿ ਬਾਅਦ ਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਾਂਗੇ। ਜੋ ਕੁਝ ਵੀ ਕਰਨਾ ਉਹ ਇਸ ਵਕਤ ਕਾਨੂੰਨੀ ਰੂਪ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਕਿਉਂਕਿ ਕਾਨੂੰਨ ਇਹ ਬਿੱਲ ਬਣ ਚੁੱਕੇ ਆ।
ਖੇਤੀ ਕਾਨੂੰਨ ਹੁਣ ਲਾਗੂ ਹੋ ਚੁੱਕਿਆ। ਇਸ ਕਰਕੇ ਚਾਹੀਦਾ ਇਹ ਹੈ ਕਿ ਜਲਦੀ ਤੋਂ ਜਲਦੀ ਪੰਜਾਬ ਦੀ ਸਰਕਾਰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਵੇ। ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਚਾਹੀਦਾ ਕਿ ਉਹ ਗ੍ਰਾਮ ਸਭਾਵਾਂ ਸੱਦਣ, ਉਸ ਤੋਂ ਬਾਅਦ ਇਸ ਮਾਮਲੇ ਦੇ ਉੱਤੇ ਉਹ ਮਤੇ ਪਾਸ ਕਰਨ ਤਾਂ ਜੋ ਸੁਪਰੀਮ ਕੋਰਟ ਦੇ ਵਿੱਚ ਐਵੀਡੈਂਸ ਸਬੂਤ ਦੇ ਤੌਰ ਦੇ ਉੱਤੇ ਇਹ ਗੱਲ ਰੱਖੀ ਜਾ ਸਕੇ ਕਿ ਜਦੋਂ ਪੰਜਾਬ ਦੇ ਹਰ ਪਿੰਡ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਇਹ ਚਾਹੁੰਦੇ, ਬੱਚਾ ਇਹ ਚਾਹੁੰਦਾ ਕਿ ਜੀ ਇਹ ਕਾਨੂੰਨ ਸਾਨੂੰ ਪ੍ਰਵਾਨ ਨਹੀਂ, ਤਾਂ ਫਿਰ ਆਪਾਂ ਧੱਕੇ ਦੇ ਨਾਲ ਕਿਵੇਂ ਲਾਗੂ ਕਰ ਸਕਦੇ ਹਾਂ। ਇਹ ਸੂਬਿਆਂ ਦੀ ਆਪਣੀ ਸ਼ਖਸੀ ਆਜ਼ਾਦੀ ਵੀ ਹੈ ਕਿਸਾਨਾਂ ਦੀ, ਤੇ ਸੂਬਿਆਂ ਦੀ ਆਪਣੀ ਮਰਜ਼ੀ ਦੀ ਗੱਲ ਵੀ ਹੈਗੀ ਆ। ਉਸ ਤੋਂ ਅਗਲੀ ਗੱਲ ਇਹ ਹੈ ਕਿ ਇਸ ਵਕਤ ਜੇਕਰ ਕਾਂਗਰਸ ਦੇ ਵੱਲੋਂ ਨਿੱਠ ਕੇ ਇਸ ਮਾਮਲੇ ਦੇ ਉੱਤੇ ਕਿਸਾਨ ਭਾਈਚਾਰੇ ਨਾਲ ਖੜਿਆ ਜਾਂਦਾ ਹੈ ਤੇ ਸੱਚੇ ਦਿਲੋਂ ਖੜਿਆ ਜਾਂਦਾ, ਇਕੱਲੇ ਧਰਨੇ ਲਾ ਕੇ ਡਰਾਮੇ ਕਰਨ ਦੀ ਥਾਂ ਤੇ ਨਹੀਂ, ਸਗੋਂ ਚਾਹੀਦਾ ਇਹ ਹੈ ਕਿ ਇਸ ਵਕਤ ਕਾਂਗਰਸ ਦੀ ਸਰਕਾਰ ਮੋਦੀ ਸਰਕਾਰ ਨੂੰ ਸੱਚੀ ਮੁੱਚੀ ਘੇਰੇ ਤੇ ਦਿੱਲੀ ਦੇ ਵਿੱਚ ਜਾ ਕੇ ਘੇਰੇ, ਨਾ ਕਿ ਪੰਜਾਬ ਦੇ ਵਿੱਚ ਕਵੇ ਜੀ ਕਿ ਅਸੀਂ ਤੁਹਾਡੇ ਨਾਲ ਆ, ਤੁਸੀਂ ਬੇਫਿਕਰ ਰਹੋ। ਇਹਦੇ ਨਾਲ ਕੁਝ ਨਹੀਂ ਬਣਨਾਗਾ। ਇਸ ਵਕਤ ਜ਼ਮੀਨੀ ਪੱਧਰ ਦੇ ਉੱਤੇ ਲੜਾਈ ਲੜਨ ਦੀ ਲੋੜ ਹੈ ਤੇ ਸੱਚੇ ਦਿਲੋਂ ਲੜਾਈ ਲੜਨ ਦੀ ਲੋੜ ਹੈ। ਪਰ ਰਾਜਨੀਤੀਕਰਨ ਇਹ ਸਾਰੇ ਕੁਝ ਦਾ ਕਿਵੇਂ ਹੋ ਗਿਆ? ਲੰਘੇ ਕੱਲ ਭਾਈ ਗੋਬਿੰਦ ਸਿੰਘ ਲੌਂਗੋਵਾਲ ਹੋਰਾਂ ਨੇ ਇੱਕ ਗੱਲ ਕਹੀ। ਉਹਨਾਂ ਨੇ ਕਿਹਾ ਕਿ ਜਿਹੜੇ ਵੀ ਥਾਵਾਂ ਦੇ ਉੱਤੇ ਕਿਸਾਨ ਇਸ ਵਕਤ ਸੰਘਰਸ਼ ਕਰ ਰਹੇ ਆ ਉਹਨਾਂ ਦੇ ਲਈ ਲੰਗਰਾਂ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਦੇ ਵੱਲੋਂ ਕੀਤਾ ਜਾਊਗਾ। ਮੈਂ ਥੋੜਾ ਜਿਹਾ ਇਸ ਗੱਲ ਦੇ ਉੱਤੇ ਹੈਰਾਨ ਆ ਵੀ ਜਦੋਂ ਬੀਜੇਪੀ ਦੇ ਨਾਲ ਤੋੜ ਵਿਛੋੜਾ ਹੋ ਗਿਆ ਤਾਂ ਹੁਣ ਸ਼੍ਰੋਮਣੀ ਕਮੇਟੀ ਲੰਗਰ ਲਾਉਣ ਨੂੰ ਵੀ ਤਿਆਰ ਆ। ਜਿੰਨੀ ਦੇਰ ਤੱਕ ਤੋੜ ਵਿਛੋੜਾ ਨਹੀਂ ਸੀ ਹੋਇਆ ਤੇ ਬੀਬੀ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਨਹੀਂ ਸੀ ਅਸਤੀਫਾ ਦਿੱਤਾ ਗਿਆ, ਉਨੀ ਦੇਰ ਤੱਕ ਉਹਨਾਂ ਨੇ ਵੀ ਇਹ ਗੱਲ ਨਹੀਂ ਸੀ ਕਹੀ। ਯਾਨੀ ਕਿ ਇਸ ਵਕਤ ਰਾਜਨੀਤਿਕ ਨੱਕੇ ਦੇ ਵਿੱਚੋਂ ਹਰ ਮਸਲਾ ਨਿਕਲ ਰਿਹਾ ਤੇ ਚਾਹੀਦਾ ਇਹ ਆ ਕਿ ਕਿਸਾਨੀ ਅੰਦੋਲਨ ਦਾ ਮੋੜ ਨਾ ਘਟਾਇਆ ਜਾਵੇ, ਕਿਸਾਨ ਆਪ ਵੀ ਸੋਚਣ ਵਿਚਾਰਨ, ਕਿਉਂਕਿ ਪੰਜਾਬ ਦੀਆਂ ਕਈ ਕਿਸਾਨ ਜਥੇਬੰਦੀਆਂ ਦੇ ਉੱਤੇ ਇਸ ਗੱਲ ਦਾ ਦੋਸ਼ ਲੱਗਦਾ ਹੈ ਕਿ ਉਹ ਰਾਜਨੀਤਿਕ ਲੋਕਾਂ ਦੀ ਬੁੱਕਲ ਦੇ ਵਿੱਚ ਵੀ ਬੈਠੀਆਂ। ਕੁਝ ਕੁ ਲੋਕਾਂ ਨੂੰ ਲੰਘੇ ਵੇਲੇ ਦੇ ਵਿੱਚ ਆਪਾਂ ਜਾਣਦੇ ਚੇਅਰਮੈਨੀਆਂ ਵੀ ਮਿਲੀਆਂ, ਜਿਹਦੇ ਕਰਕੇ ਉਹਨਾਂ ਦਾ ਆਪਣਾ ਅਕਸ ਖਰਾਬ ਹੋਇਆ, ਉਹਨਾਂ ਦੀਆਂ ਕਿਸਾਨ ਜਥੇਬੰਦੀਆਂ ਦਾ ਅਕਸ ਵੀ ਖਰਾਬ ਹੋਇਆ। ਸੋ ਆਉਂਦੇ ਸਮੇਂ ਦੇ ਵਿੱਚ ਕੋਈ ਇਹੋ ਜਿਹੀ ਭੁੱਲ ਨਾ ਕੀਤੀ ਜਾਵੇ ਤੇ ਕਿਸਾਨਾਂ ਦੇ ਸੱਚੀ ਮੁੱਚੀ ਹਮਦਰਦ ਬਣ ਕੇ ਵਿਚਰਿਆ ਜਾਵੇ। ਕਿਸਾਨ ਮਸਲੇ ਪਹਿਲ ਦੇ ਆਧਾਰ ਦੇ ਉੱਤੇ ਚੁੱਕੇ ਜਾਣ। 1 2 4 ਵਿਅਕਤੀ ਆਪਣੇ ਨਿੱਜੀ ਮੁਫਾਦਾਂ ਦੀ ਖਾਤਰ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਕਿਸਾਨਾਂ ਦਾ ਭਵਿੱਖ ਜਿਹੜਾ ਉਹ ਬਰਬਾਦੀ ਦੇ ਵੱਲ ਨਾ ਧੱਕਣ। ਇਸ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਹੈ। ਵੈਸੇ ਇਹ ਵੀ ਦੱਸਣਾ ਬਣਦਾ ਹੈ ਕਿ 1 ਤਰੀਕ ਤੋਂ ਯਾਨੀ ਕਿ 1 ਅਕਤੂਬਰ ਤੋਂ ਪੰਜਾਬ ਦੇ ਵਿੱਚ ਅਣਮਿੱਥੇ ਸਮੇਂ ਦੇ ਲਈ ਰੇਲ ਰੋਕੋ ਅੰਦੋਲਨ ਸ਼ੁਰੂ ਹੋਣ ਜਾ ਰਿਹਾ ਤੇ ਉਹਦੇ ਲਈ ਅੱਜ ਸੁਖਦੇਵ ਸਿੰਘ ਢੀਂਡਸਾ ਜਿਹੜੇ ਕਿ ਅਕਾਲੀ ਦਲ ਡੈਮੋਕ੍ਰੈਟਿਕ ਦੇ ਪ੍ਰਧਾਨ ਆ, ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਵੀ ਕਿਸਾਨ ਜਥੇਬੰਦੀਆਂ ਦੇ ਨਾਲ ਨਿੱਠ ਕੇ ਖੜੇ ਆ ਤੇ ਰੇਲ ਰੋਕੋ ਅੰਦੋਲਨ ਨੂੰ ਸਾਡਾ ਪੂਰਾ ਸਮਰਥਨ ਹੈਗਾ। ਇਸ ਵਕਤ ਅਡਾਨੀ ਗਰੁੱਪ ਦੇ ਵੱਖ-ਵੱਖ ਅਦਾਰੇ ਜਿੱਥੇ ਵੀ ਹੈਗੇ ਆ ਉਹਨਾਂ ਨੂੰ ਪੰਜਾਬ ਦੇ ਵਿੱਚ ਘੇਰਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ। 2 ਦਿਨ ਪਹਿਲਾਂ ਆਪਾਂ ਜਾਣਦੇ ਹਾਂ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਡਗਰੂ ਪਿੰਡ ਦੇ ਵਿੱਚ ਜੋ ਅਡਾਨੀ ਐਗਰੋ ਬਣਿਆ ਹੋਇਆ ਤੇ ਉਹਦਾ ਬਹੁਤ ਵੱਡੇ ਪੱਧਰ ਦੇ ਉੱਤੇ ਵਿਰੋਧ ਕੀਤਾ ਗਿਆ। ਉਹਦੇ ਦਫ਼ਤਰ ਦੇ ਬਾਹਰ, ਉਹਦੇ ਉਸ ਗੋਦਾਮ ਦੇ ਬਾਹਰ ਮਿਲ ਕੇ ਬਹੁਤ ਵੱਡੇ ਪੱਧਰ ਤੇ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਦੇ ਬੋਰਡਾਂ ਦੇ ਉੱਤੇ ਕਾਲਖ ਮਲ ਦਿੱਤੀ ਗਈ। ਪਰ ਹੁਣ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੀ ਅਡਾਨੀ ਐਗਰੋ ਦੇ ਬਾਹਰ ਪ੍ਰਦਰਸ਼ਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ। ਪੰਜਾਬ ਦੇ ਵਿੱਚ ਇੱਕ ਮੁਹਿੰਮ ਵੀ ਚੱਲ ਰਹੀ ਆ ਹੁਣ, ਜਿਹੜੀ ਕਿ ਆਉਂਦੇ ਦਿਨਾਂ ਦੇ ਵਿੱਚ ਭਖ ਵੀ ਸਕਦੀ ਹੈ, ਕਿਉਂਕਿ ਇਸ ਵਕਤ ਜੋ ਅੰਬਾਨੀ ਪਰਿਵਾਰ ਦਾ ਜੀਓ ਗਰੁੱਪ ਹੈ ਇਹਦਾ ਬਾਈਕਾਟ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਕਿ ਇਹਨਾਂ ਨੂੰ ਅੰਬਾਨੀਆਂ ਤੇ ਅਡਾਨੀਆਂ ਨੂੰ ਪੰਜਾਬ ਦੇ ਵਿੱਚੋਂ ਭਜਾਉਣ ਦੇ ਲਈ ਸਾਨੂੰ ਇਹਨਾਂ ਦੇ ਸਾਰੇ ਹੀ ਸਮਾਨ ਦਾ ਬਾਈਕਾਟ ਕਰਨਾ ਚਾਹੀਦਾ। ਹੁਣ ਇਹ ਸਮਾਨ ਦਾ ਬਾਈਕਾਟ ਕਿਤੇ ਚੀਨ ਦੇ ਸਮਾਨ ਦੇ ਬਾਈਕਾਟ ਦੇ ਵਾਂਗ ਨਾ ਹੋਵੇ। ਪੰਜਾਬੀਆਂ ਨੇ ਆਪਣੀ ਹੋਂਦ ਨੂੰ ਜੇਕਰ ਦਰਸਾਉਣਾ ਤਾਂ ਫਿਰ ਸੱਚੀ ਮੁੱਚੀ ਸਸਤੀ ਥਾਂ ਦੇ ਉੱਤੇ ਜਾਣ ਦੀ ਥਾਂ ਦੇ ਉੱਤੇ ਇਹ ਸੋਚਣਾ ਚਾਹੀਦਾ ਹੈ ਕਿ ਅਸੀਂ ਸਮਾਨ ਦਾ ਬਾਈਕਾਟ ਸਮੂਹਕ ਤੌਰ ਦੇ ਉੱਤੇ ਕਰਨਾ। ਪਰ ਜੇਕਰ ਅਸੀਂ ਇਹ ਗੱਲ ਕਹਾਂਗੇ ਕਿ ਮੈਨੂੰ ਕਿਹੜਾ ਕੋਈ ਦੇਖਦਾ, ਕੋਈ ਫਰਕ ਨਹੀਂ ਪੈਂਦਾ ਇੱਕ ਸਿਮ ਦੇ ਨਾਲ, ਫਿਰ ਕੁਝ ਨਹੀਂ ਹੋਣਾਗਾ। ਬਾਕੀ ਵਕਤ ਦੱਸੂਗਾ ਕਿ ਜੋ ਇਸ ਵਕਤ ਕਿਹਾ ਜਾ ਰਿਹਾ ਕਿ ਜੀਓ ਦੇ ਸਿਮ ਦਾ ਬਾਈਕਾਟ ਕਰ ਦੇਣਾ, ਬਾਕੀ ਵੀ ਅਸੀਂ ਜਿਹੜੀਆਂ ਜੀਓ ਦੇ ਇੰਟਰਨੈਟ ਪੈਕ ਆ ਉਹ ਬੰਦ ਕਰ ਦੇਣੇ ਆ, ਇਹ ਕਿੰਨੇ ਕੁ ਸਹੀ ਰੂਪ ਦੇ ਨਾਲ ਅੱਗੇ ਵਧਦੇ ਆ ਤੇ ਇਹ ਅੰਦੋਲਨ ਕਿਹੜੇ ਪਾਸੇ ਨੂੰ ਮੋੜ ਕੱਟਦਾ ਇਹ ਵਕਤ ਦੱਸੂਗਾ। ਪਰ ਇਸ ਵਕਤ ਅੰਬਾਨੀਆਂ ਤੇ ਅਡਾਨੀਆਂ ਦੇ ਪ੍ਰਤੀ ਪੰਜਾਬ ਦੇ ਲੋਕਾਂ ਦਾ ਗੁੱਸਾ, ਖਾਸ ਕਰਕੇ ਕਿਸਾਨ ਭਾਈਚਾਰੇ ਦਾ ਗੁੱਸਾ ਜਿਹੜਾ ਉਹ ਅੱਗੇ ਤੋਂ ਅੱਗੇ ਸਿਖਰ ਦੇ ਉੱਤੇ ਵਧ ਰਿਹਾ। ਵਕਤ ਦੱਸੂਗਾ ਕਿ ਅੰਬਾਨੀਆਂ ਅਡਾਨੀਆਂ ਨੂੰ ਕਿੰਨੀ ਕੁ ਮਾਰ ਪੈਂਦੀ ਹੈ ਤੇ ਵਕਤ ਦੱਸੂਗਾ ਕਿ ਅੰਬਾਨੀ ਅਡਾਨੀ ਪੰਜਾਬ ਦੇ ਵਿੱਚ ਆਪਣੇ ਨਵੇਂ ਗੋਦਾਮ, ਸਟੀਲ ਗੋਦਾਮ ਬਣਾਉਣ ਦੀ ਕੋਸ਼ਿਸ਼ ਕਰਦੇ ਜਾਂ ਫਿਰ ਨਹੀਂ, ਕਿਉਂਕਿ ਹਾਲ ਦੀ ਘੜੀ ਤਾਂ ਇਹ ਲੱਗਦਾ ਹੈ ਕਿਸਾਨਾਂ ਦੇ ਗੁੱਸੇ ਨੂੰ ਦੇਖਦਿਆਂ ਕਿ ਉਹ ਸ਼ਾਇਦ ਨਹੀਂ ਬਣਨ ਦੇਣਗੇ। ਉਹਨਾਂ ਦੇ ਵੱਲੋਂ ਸ਼ਾਇਦ ਨਵੇਂ ਸਟੀਲ ਗੋਦਾਮ ਬਣਨ ਦੀ ਕੋਸ਼ਿਸ਼ ਨਹੀਂ ਕਰ ਦਿੱਤੀ ਜਾਊਗੀ, ਪਰ ਵਕਤ ਨੇ ਸਾਰਾ ਕੁਝ ਬਿਆਨ ਕਰਨਾ। ਪਰ ਅੱਜ ਸੁਖਬੀਰ ਸਿੰਘ ਬਾਦਲ ਲੁਧਿਆਣੇ ਦੇ ਵਿੱਚ ਗਏ ਸੀ, ਉਹਨਾਂ ਦੇ ਵੱਲੋਂ ਤੀਜੇ ਬਦਲ ਦੀਆਂ ਗੱਲਾਂ ਕੀਤੀਆਂ ਗਈਆਂ। ਇਹ ਵੀ ਪਤਾ ਲੱਗਾ ਕਿ ਆਉਂਦੇ ਦਿਨਾਂ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਬਸਪਾ ਦੇ ਨਾਲ ਸਮਝੌਤਾ ਕੀਤਾ ਜਾ ਸਕਦਾ ਹੈ। ਰਾਜਨੀਤੀ ਦੇ ਵਿੱਚ ਕੁਝ ਵੀ ਸੰਭਵ ਹੈਗਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਅਕਾਲੀ ਦਲ ਦੇ ਵੱਲੋਂ ਖੇਤੀ ਬਿੱਲ ਦੇ ਵਿਰੋਧ ਦੇ ਵਿੱਚ ਭਾਜਪਾ ਤੋਂ ਦਹਾਕਿਆਂ ਪੁਰਾਣਾ ਰਿਸ਼ਤਾ ਤੋੜਨ ਦੇ ਫੈਸਲੇ ਨੇ ਪੰਜਾਬ ਦੇ ਸਿਆਸੀ ਹਾਲਾਤ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ, ਜਿਸ ਦਾ ਅਸਰ ਦਿੱਲੀ ਤੋਂ ਲੈ ਕੇ ਦੂਜੇ ਸੂਬਿਆਂ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ।
ਇਸ ਨੂੰ ਲੈ ਕੇ ਆਉਣ ਵਾਲੇ ਸਮੇਂ ਦੌਰਾਨ ਕੁਝ ਹੋਰ ਵੀ ਹਲਚਲ ਹੋ ਸਕਦੀ ਹੈ, ਜਿਸ ਤਹਿਤ ਸੁਖਬੀਰ ਬਾਦਲ ਨੂੰ ਗੱਠਜੋੜ ਤੋੜਨ ਤੇ 3 ਸੂਬਿਆਂ ਤੋਂ ਭਾਜਪਾ ਵਿਰੋਧੀਆਂ ਦਾ ਸਮਰਥਨ ਮਿਲਣ ਨੂੰ ਤੀਜੇ ਫਰੰਟ ਦੀ ਕਵਾਇਦ ਮੰਨਿਆ ਜਾ ਸਕਦਾ ਹੈ। ਤੇ ਹੁਣ ਐਨਡੀਏ ਤੋਂ ਵੱਖ ਹੋਣ ਦੇ ਫੈਸਲੇ ਨੂੰ ਕਾਂਗਰਸ ਤੇ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਡਰਾਮੇਬਾਜ਼ੀ ਕਰਾਰ ਦਿੱਤਾ ਜਾ ਰਿਹਾ ਹੈ। ਇੱਥੋਂ ਤੱਕ ਕਿ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਦੇ ਭਾਜਪਾ ਨੇਤਾਵਾਂ ਨੇ ਵੀ ਅਕਾਲੀ ਦਲ ਦੇ ਉੱਤੇ ਡਬਲ ਸਟੈਂਡਰਡ ਵਰਤਣ ਦੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ ਨੇ। ਪਰ ਇਹ ਸਭ ਦਾ ਜਵਾਬ ਦੇਣ ਦੀ ਬਜਾਏ ਸੁਖਬੀਰ ਬਾਦਲ ਪਹਿਲਾਂ ਆਪਣਾ ਕੇਡਰ ਬਚਾਉਣ ਲਈ ਪੇਂਡੂ ਇਲਾਕਿਆਂ ਦਾ ਰੁਖ ਕਰ ਲਿਆ। ਭਾਵੇਂ ਐਨਡੀਏ ਤੋਂ ਵੱਖ ਹੋਣ ਤੋਂ ਬਾਅਦ ਕੇਂਦਰੀ ਰਾਜਨੀਤੀ ਦੇ ਵਿੱਚ ਹਾਸ਼ੀਏ ਤੇ ਚਲੇ ਜਾਣ ਦਾ ਮੁੱਦਾ ਅਕਾਲੀ ਦਲ ਦੇ ਸਿਰਦਰਦ ਦੀ ਵਜ੍ਹਾ ਬਣਿਆ ਹੋਇਆ, ਕਿਉਂਕਿ ਸਿੱਖ ਵਿਰੋਧੀ ਦੰਗਿਆਂ ਤੇ ਦਰਬਾਰ ਸਾਹਿਬ ਦੇ ਉੱਤੇ ਹਮਲੇ ਨੂੰ ਲੈ ਕੇ ਹਮੇਸ਼ਾ ਕਾਂਗਰਸ ਦੇ ਖਿਲਾਫ ਮੋਰਚਾ ਖੋਲ੍ਹਣ ਦੀ ਵਜ੍ਹਾ ਨਾਲ ਅਕਾਲੀ ਦਲ ਦੇ ਕੋਲ ਯੂਪੀਏ ਦੇ ਵਿੱਚ ਸ਼ਾਮਲ ਹੋਣ ਦਾ ਬਦਲ ਨਹੀਂ ਹੈ। ਇਸ ਦੌਰਾਨ ਤੀਜੇ ਫਰੰਟ ਦੇ ਗਠਨ ਦੀ ਸੰਭਾਵਨਾ ਪਾਲ ਰਹੇ ਭਾਜਪਾ ਵਿਰੋਧੀ ਨੇਤਾਵਾਂ ਨੂੰ ਆਪਣਾ ਟੀਚਾ ਹਾਸਲ ਕਰਨ ਦਾ ਮੌਕਾ ਮਿਲ ਗਿਆ, ਜਿਸ ਤਹਿਤ ਮਹਾਰਾਸ਼ਟਰ ਤੋਂ ਸ਼ਰਦ ਪਵਾਰ ਤੇ ਸ਼ਿਵ ਸੈਨਾ, ਪੱਛਮੀ ਬੰਗਾਲ ਤੋਂ ਤ੍ਰਿਣਮੂਲ ਕਾਂਗਰਸ ਤੇ ਜੰਮੂ ਕਸ਼ਮੀਰ ਤੋਂ ਫਾਰੂਕ ਅਬਦੁੱਲਾ ਨੇ ਭਾਜਪਾ ਨਾਲੋਂ ਰਿਸ਼ਤਾ ਤੋੜਨ ਤੇ ਸੁਖਬੀਰ ਨੂੰ ਸਮਰਥਨ ਦਿੱਤਾ ਹੈ, ਜੋ ਨੇਤਾ ਆਉਣ ਵਾਲੇ ਸਮੇਂ ਦੌਰਾਨ ਇੱਕ ਪਲੇਟਫਾਰਮ ਦੇ ਉੱਤੇ ਇਕੱਠੇ ਹੋ ਸਕਦੇ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਹੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਪੰਜਾਬ ਦੇ ਵਿੱਚ ਤਾਂ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਉਭਾਰ ਕਰਨ ਲਈ ਆਪਣਾ ਕੋਸ਼ਿਸ਼ ਕਰ ਰਿਹਾ, ਪਰ ਹੁਣ ਚਿੰਤਾਜਨਕ ਗੱਲ ਇਹ ਹੈ ਵੀ ਕੇਂਦਰ ਦੇ ਵਿੱਚ ਭਾਈਵਾਲੀ ਕਿਹਦੇ ਨਾਲ ਰੱਖੀ ਜਾਵੇ, ਕਿਉਂਕਿ ਕਾਂਗਰਸ ਦੇ ਨਾਲ ਆਪਾਂ ਭਾਈਵਾਲੀ ਰੱਖ ਨਹੀਂ ਸਕਦੇ, ਬੀਜੇਪੀ ਨੂੰ ਆਪਾਂ ਆਪ ਛੱਡਿਆ, ਤੇ ਹੁਣ ਉੱਥੇ ਕਿਹੜੀ ਐਸੀ ਧਿਰ ਰਹਿ ਗਈ ਆ ਜਿਹਦੇ ਨਾਲ ਅਕਾਲੀ ਦਲ ਬਾਦਲ ਦੇ ਵੱਲੋਂ ਸਮਝੌਤਾ ਕੀਤਾ ਜਾਵੇ। ਯਾਨੀ ਕਿ ਕੇਂਦਰ ਦੇ ਵਿੱਚੋਂ ਮੰਨਫੀ ਵੀ ਬਿਲਕੁਲ ਨਹੀਂ ਹੋਣਾ ਚਾਹੁੰਦਾ ਸ਼੍ਰੋਮਣੀ ਅਕਾਲੀ ਦਲ, ਪਰ ਇਸ ਵਕਤ ਬਦਲਵਾਂ ਪ੍ਰਬੰਧ ਵੀ ਕੋਈ ਨਹੀਂ ਹੋ ਰਿਹਾ ਤੇ ਆਉਂਦੇ ਸਮੇਂ ਦੇ ਵਿੱਚ ਇਹ ਬਦਲ ਲੱਭਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਉਸ ਤੋਂ ਅਗਲੀ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਸ ਵਕਤ ਪੂਰੇ ਜੀ ਜਾਨ ਦੇ ਨਾਲ ਆਪਣੇ ਪੈਰ ਆ ਜਿਹੜੇ ਉਹ, ਤੇ ਉਸ ਤੋਂ ਅਗਲੀ ਗੱਲ ਇਹ ਹੈ ਕਿ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜੀ ਤੋੜ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਜਾਬ ਦੀ ਕਿਸਾਨੀ ਦੇ ਨਾਲ ਜੁੜਿਆ ਜਾਵੇ ਤੇ ਉਹਨਾਂ ਨੂੰ ਜੋੜਿਆ ਜਾਵੇ। ਉਸ ਤੋਂ ਅਗਲੀ ਗੱਲ ਇਹ ਹੈ ਕਿ ਪੰਜਾਬ ਦੇ ਕਿਸਾਨ ਆ ਜਿਹੜੇ ਉਹ ਇਸ ਵਕਤ ਸੋਚਣਗੇ, ਸਮਝਣਗੇ, ਵਿਚਾਰਨਗੇ ਤੇ ਕੀ ਸਿੱਟਾ ਕੱਢਣਗੇ ਵਕਤ ਦੱਸੂਗਾ। ਪਰ ਜਿਸ ਤਰੀਕੇ ਨਾਲ ਪੰਜਾਬ ਦੀ ਕਿਸਾਨੀ ਇਸ ਵਕਤ ਅੰਬਾਨੀਆਂ ਤੇ ਅਡਾਨੀਆਂ ਦਾ ਵਿਰੋਧ ਕਰ ਰਹੀ ਹੈ, ਉਸ ਤੋਂ ਬਾਅਦ ਲੱਗਦਾ ਇਹ ਹੈ ਕਿ ਜਿਹੜਾ ਇਹ ਅੰਦੋਲਨ ਹੈ, ਜਿਹੜਾ ਇਹ ਹਰਖ ਹੈ, ਇਹ ਛੇਤੀ ਕਿਤੇ ਮੱਠਾ ਨਹੀਂ ਪੈਣਾ। ਬਾਕੀ ਅਦਾਲਤ ਦਾ ਦਰਵਾਜ਼ਾ ਖੜਕਾਉਣ ਤੋਂ ਬਾਅਦ, ਕਾਂਗਰਸ ਦੇ ਵੱਲੋਂ ਵਿਸ਼ੇਸ਼ ਅਜਲਾਸ ਬਣਾਉਣ ਤੋਂ ਬਾਅਦ ਕੀ ਇਹਦਾ ਸਿੱਟਾ ਨਿਕਲਦਾ, ਇਹ ਸਮੇਂ ਨੇ ਆਪਣੇ ਆਪ ਬਿਆਨ ਕਰਨਾ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।